बहुत ही प्यारे दर्शकों, ਤੁਹਾਡਾ ਅੱਜ ਦੀ ਇਸ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਟ੍ਰੇਨਿੰਗ ਦੇ ਸੰਬੰਧ ਦੇ ਵਿੱਚ ਵੀਡੀਓ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਅੱਜ ਇਸ ਵੀਡੀਓ ਦੇ ਰਾਹੀਂ ਅਸੀਂ ਤੁਹਾਨੂੰ EVM ਦੀ ਵਰਕਿੰਗ ਦੇ ਸੰਬੰਧ ਦੇ ਵਿੱਚ ਜਾਣਕਾਰੀ ਦੇਵਾਂਗੇ। ਆਓ ਸਭ ਤੋਂ ਪਹਿਲਾਂ ਇਹਦੇ ਜੋ ਵੱਖੋ-ਵੱਖਰੇ ਹਿੱਸੇ ਆ ਉਹਦੇ ਬਾਰੇ 'ਚ ਜਾਣਕਾਰੀ ਪ੍ਰਾਪਤ ਕਰਦੇ ਹਾਂ। ਸਭ ਤੋਂ ਮਹੱਤਵਪੂਰਨ ਜਿਹੜਾ ਇਹਦਾ ਪਾਰਟ ਆ ਉਹਨੂੰ ਅਸੀਂ ਕਹਿੰਦੇ ਆ ਕੰਟਰੋਲ ਯੂਨਿਟ। ਇਹਦੇ ਵਿੱਚ ਇਹਦੀ ਸਾਰੀ ਇਨਫੋਰਮੇਸ਼ਨ ਆ ਜਿਹੜੀ ਉਹ ਫੀਡ ਹੁੰਦੀ ਆ। ਇਹਦੇ ਤਿੰਨ ਹਿੱਸੇ ਹੁੰਦੇ ਆ। ਉੱਪਰਲੇ ਹਿੱਸੇ ਨੂੰ ਅਸੀਂ ਡਿਸਪਲੇ ਯੂਨਿਟ ਕਹਿ ਦਿੰਦੇ ਆ। ਇਹ ਕੈਂਡੀਡੇਟ ਸੈੱਟ ਯੂਨਿਟ ਆ, ਇਹਦਾ ਰਿਜ਼ਲਟ ਸੈਕਸ਼ਨ ਆ, ਔਰ ਇਹ ਜਿਹੜਾ ਹੈਗਾ ਇਹਦਾ ਬਿਲਡ ਸੈਕਸ਼ਨ ਆ। दूसरा जो इंपॉर्टेंट हिस्सा है वो VVPAT आ। ये नवी मशीन है जी साडी इंट्रोड्यूस हुई आ और ये ਜਿਹੜੇ भी कैंडीडेट ਨੂੰ कोई वोटर जी ਉਹਦੀ वोट पाਉਂਦਾ ਤਾਂ 7 ਸਕਿੰਟਾਂ ਦੇ ਲਈ ਜਿਹੜੀ ਉਹਦੀ ਪਰਚੀ ਆ ਉਹ ਇਸ ਡਿਸਪਲੇ ਯੂਨਿਟ ਦੇ ਵਿੱਚ ਜਿਹੜੀ ਉਹ ਡਿਸਪਲੇ ਹੁੰਦੀ ਆ। ਔਰ ਤੀਸਰਾ ਮਹੱਤਵਪੂਰਨ ਹਿੱਸਾ ਜਿਹੜਾ ਇਹਦਾ ਹੈ ਉਹ ਸਾਡਾ ਬੈਲਟ ਯੂਨਿਟ ਆ। ਬੈਲਟ ਯੂਨਿਟ ਦੇ ਵਿੱਚ ਸਾਡੇ ਜਿਹੜੇ ਕੈਂਡੀਡੇਟ ਆ ਉਹਦਾ ਨਾਮ, ਸੀਰੀਅਲ ਨੰਬਰ ਤੇ ਸਿੰਬਲ ਆ ਜਿਹੜਾ ਉਹ ਦਿੱਤਾ ਹੁੰਦਾ ਔਰ ਜਿਹੜੇ ਵੀ ਵੋਟਰ ਨੇ ਜਿਹੜੇ ਵੀ ਕੈਂਡੀਡੇਟ ਨੂੰ ਵੋਟ ਪਾਉਣੀ ਹੁੰਦੀ ਉਹਦਾ ਬਟਨ ਉਹਦੇ ਸਾਹਮਣੇ ਦਾ ਪ੍ਰੈਸ ਕਰਕੇ ਵੋਟ ਪਾਉਂਦਾ ਔਰ ਵੋਟ ਪਾਉਣ ਦੇ ਨਾਲ ਜਿਹੜੀ ਵੋਟ ਆਉਂਦੀ ਉਹ ਕਾਸਟ ਹੁੰਦੀ ਆ। ਆਓ ਹੁਣ ਆਪਾਂ ਜਾਣਦੇ ਆ ਕਿ ਇਹਨਾਂ ਤਿੰਨਾਂ ਹਿੱਸਿਆਂ ਨੂੰ ਆਪਾਂ ਕਨੈਕਸ਼ਨ ਕਿਵੇਂ ਕਰਨਾ ਹੈ। ਸਭ ਤੋਂ ਪਹਿਲਾਂ ਜਾਣਦੇ ਆ ਕਿ ਇਹਨਾਂ ਨੂੰ ਜੋੜਨਾ ਕਿਵੇਂ ਆ। ਸਭ ਤੋਂ ਪਹਿਲਾਂ ਇੰਪੋਰਟੈਂਟ ਹਿੱਸਾ ਇਹਦਾ ਜਿਹੜਾ ਉਹ ਹੈਗਾ ਹੈ ਬੈਲਟ ਯੂਨਿਟ। ਸੋ ਆਪਾਂ ਬੈਲਟ ਯੂਨਿਟ ਆ ਜਿਹੜਾ ਇਹਦੇ ਨਾਲ ਇੱਕ ਕਨੈਕਟਰ ਲੱਗਿਆ ਹੋਇਆ ਹੈ। ਇਸ ਕਨੈਕਟਰ ਨੂੰ ਆਪਾਂ VVPAT ਦੇ ਨਾਲ ਜੋੜਨਾ ਹੈ ਔਰ ਮੇਰੀ ਬੇਨਤੀ ਇਹ ਆ ਕਿ ਇਹਨਾਂ ਦੇ ਕਨੈਕਸ਼ਨ ਕਰਨ ਤੋਂ ਪਹਿਲਾਂ ਆਪਾਂ ਜਿਹੜਾ VVPAT ਆ ਉਹ ਆ ਜਿਹੜਾ ਟਰਾਂਸਪੋਰਟੇਸ਼ਨ ਮੋਡ ਦੇ ਵਿੱਚ ਹੋਣਾ ਚਾਹੀਦਾ। ਇਸ ਤਰ੍ਹਾਂ ਮੈਂ ਤੁਹਾਨੂੰ ਦਿਖਾਉਣਾ ਹੈ। ਇਹਦੇ ਪਿੱਛੇ ਇਹ ਨੌਬ ਲੱਗੀ ਹੋਈ ਹੈ। ਇਹ ਨੌਬ ਨੂੰ ਜੇ ਆਪਾਂ ਹੌਰੀਜ਼ੈਂਟਲ ਪੋਜੀਸ਼ਨ ਦੇ ਵਿੱਚ ਕਰਾਂਗੇ ਤਾਂ ਇਹ ਟਰਾਂਸਪੋਰਟੇਸ਼ਨ ਮੋਡ ਦੇ ਵਿੱਚ ਆ, ਯਾਨੀ ਕਿ ਜਦੋਂ ਆਪਾਂ ਕਨੈਕਸ਼ਨ ਕਰਨੇ ਆ ਤਾਂ ਇਹ ਟਰਾਂਸਪੋਰਟੇਸ਼ਨ ਮੋਡ ਦੇ ਵਿੱਚ ਚਾਹੀਦੀ ਆ VVPAT। ਔਰ ਜਿਹੜਾ ਸਾਡਾ ਕੰਟਰੋਲ ਯੂਨਿਟ ਆ ਉਹਦੀ ਜਿਹੜੀ ਸਵਿਚ ਆ ਬੈਕ ਦੇ ਉੱਤੇ ਸਵਿਚ ਲੱਗੀ ਹੋਈ ਆ, ਇਹ ਨੀਚੇ ਨੂੰ ਆਫ ਹੁੰਦੀ ਆ, ਇਹ ਆਫ ਪੋਜੀਸ਼ਨ ਦੇ ਵਿੱਚ ਚਾਹੀਦੀ ਆ। ਯਾਨੀ ਇਹ ਜਦੋਂ ਵੀ ਕਨੈਕਸ਼ਨ ਕਰਨੇ ਆ ਤਾਂ ਜਿਹੜੀ ਸਾਡੀ ਮਸ਼ੀਨ ਆ ਇਹ ਆਫ ਪੋਜੀਸ਼ਨ ਦੇ ਵਿੱਚ ਚਾਹੀਦੀ ਆ। ਹੁਣ ਆਪਾਂ ਇਹਦੇ ਕਨੈਕਸ਼ਨ ਕਰਨੇ ਆ। ਸੋ ਜਿਹੜਾ ਆਪਣਾ ਬੈਲਟ ਯੂਨਿਟ ਦੀ ਜਿਹੜੀ ਕਨੈਕਟਰ ਆ ਉਹਨੂੰ ਆਪਾਂ VVPAT ਦੇ ਨਾਲ ਜੋੜਨਾ। ਇਹਦਾ ਉੱਪਰ ਕਨੈਕਸ਼ਨ ਦੇ ਲਈ ਇਹਦਾ ਹਿੱਸਾ ਬਣਿਆ ਰੈੱਡ ਨੂੰ ਰੈੱਡ ਦੇ ਨਾਲ, ਬਲੈਕ ਨੂੰ ਬਲੈਕ ਦੇ ਨਾਲ। ਇਸ ਤਰ੍ਹਾਂ ਆਪਾਂ ਇਹਨੂੰ ਲੈਚਸ ਨੂੰ ਫੜ ਕੇ ਇਹਨੂੰ ਇਹ ਇਸ ਤਰ੍ਹਾਂ ਜੋੜ ਦੇਣਾ। ਇਹਦੇ ਨਾਲ ਕਨੈਕਸ਼ਨ ਹੋ ਗਿਆ। ਸੋ ਹੁਣ ਆਪਾਂ ਜਿਹੜਾ ਦੂਸਰਾ ਸਾਡਾ ਮਹੱਤਵਪੂਰਨ ਹਿੱਸਾ ਹੈ ਸਾਡਾ ਜਿਹੜਾ VVPAT ਆ, VVPAT ਨੂੰ ਆਪਾਂ ਜੋੜਨਾ ਹੈ ਕੰਟਰੋਲ ਯੂਨਿਟ ਦੇ ਨਾਲ। ਇਹਦੇ ਵਿੱਚ ਵੀ ਕਨੈਕਟਰ ਲੱਗਿਆ ਹੋਇਆ, ਰੈੱਡ ਨੂੰ ਰੈੱਡ ਦੇ ਨਾਲ, ਬਲੈਕ ਨੂੰ ਬਲੈਕ ਦੇ ਨਾਲ। ਦੇਖੋ ਇਸ ਤਰ੍ਹਾਂ ਇਹਦੇ ਵਿੱਚ ਜਿਹੜੇ ਨਿਸ਼ਾਨ ਲੱਗੇ ਹੋਏ ਆ। ਇਸ ਤਰ੍ਹਾਂ ਆਪਾਂ ਇਹਦਾ ਕਨੈਕਸ਼ਨ ਕਰ ਦੇਣਾ। ਇਹਦਾ ਕਰਕੇ ਇਹਦਾ ਕਨੈਕਸ਼ਨ ਹੋ ਗਿਆ। ਸੋਹਣੇ ਸਾਰਿਆਂ ਦੇ ਕਨੈਕਸ਼ਨ ਹੋ ਗਏ। ਹੁਣ ਆਪਾਂ ਇਹਨੂੰ ਔਨ ਕਰਨਾ ਹੈ। ਸਭ ਤੋਂ ਪਹਿਲਾਂ ਆਪਾਂ VVPAT ਆ ਜਿਹੜਾ ਉਹਨੂੰ ਔਨ ਕਰਨਾ। ਜਿਹੜਾ ਪਿਛਲੇ ਪਾਸੇ ਬੈਕ ਨੌਬ ਦਿੱਤੀ ਹੋਈ ਆ ਇਹਨੂੰ ਆਪਾਂ ਵਰਟੀਕਲ ਕੰਡੀਸ਼ਨ ਦੇ ਵਿੱਚ ਲੈ ਕੇ ਆਉਣਾ, ਵਰਕਿੰਗ ਕੰਡੀਸ਼ਨ ਦੇ ਵਿੱਚ ਇਸ ਤਰ੍ਹਾਂ ਕਰਕੇ। ਹੁਣ ਇਹ ਵਰਕਿੰਗ ਕੰਡੀਸ਼ਨ ਦੇ ਵਿੱਚ ਆ ਗਈ ਔਰ ਨਾਲ ਹੀ ਆਪਾਂ ਇਹ ਤੋਂ ਬਾਅਦ VVPAT ਦਾ ਜਿਹੜਾ ਔਨ ਕਰਤਾ ਜਦੋਂ ਆਪਾਂ, ਤੇ ਨਾਲ ਹੀ ਕੰਟਰੋਲ ਯੂਨਿਟ ਆ ਉਹਨੂੰ ਆਪਾਂ ਔਨ ਕਰਨਾ ਇਹ ਇਸ ਤਰ੍ਹਾਂ ਸਵਿਚ ਨੂੰ। ਸੋ ਸਾਡੀ EVM ਆ ਜਿਹੜੀ ਉਹ ਔਨ ਹੋ ਗਈ ਆ, ਜਿਹੜੀ ਰੈੱਡ ਲਾਈਟ ਚੱਲ ਪਈ ਆ। ਜਦੋਂ VVPAT ਔਨ ਹੋਊਗੀ ਤਾਂ VVPAT ਔਨ ਹੋਣ ਦੇ ਨਾਲ ਕੰਟਰੋਲ ਯੂਨਿਟ ਔਨ ਤੋਂ ਹੋਣ ਤੋਂ ਬਾਅਦ VVPAT ਦੇ ਵਿੱਚੋਂ 7 ਸਲਿੱਪਾਂ ਜਿਹੜੀਆਂ ਇਹਦੇ ਡ੍ਰੌਪ ਬਾਕਸ ਦੇ ਵਿੱਚ ਡਿੱਗਣਗੀਆਂ। ਇਹਦਾ ਇਸ ਸਾਈਡ ਦੇ ਉੱਤੇ ਡ੍ਰੌਪ ਬਾਕਸ ਆ। ਇਸ ਡ੍ਰੌਪ ਬਾਕਸ ਦੇ ਵਿੱਚ 7 ਸਲਿੱਪਾਂ ਇਹਦੀਆਂ ਡਿੱਗਣਗੀਆਂ ਜਿਹੜੀਆਂ ਕਿ ਦੱਸਣਗੀਆਂ ਕਿ VVPAT ਦਾ ਸੀਰੀਅਲ ਨੰਬਰ ਕੀ ਆ ਔਰ ਇਹਦੇ ਵਿੱਚ ਵੱਖੋ ਵੱਖਰੇ ਜਿਹੜੇ ਸੈਂਸਰ ਲੱਗੇ ਹੋਏ ਆ ਉਹਨਾਂ ਦੀ ਪੋਜੀਸ਼ਨ ਕੀ ਆ। ਜਦੋਂ ਇਹ ਸਾਡੇ ਕੰਟਰੋਲ ਯੂਨਿਟ ਨੇ ਸਾਡੇ VVPAT ਨੂੰ ਐਨਾਲਾਈਜ਼ ਕਰਨਾ ਹੈ ਕਿ ਇਹਦੇ ਸੈਂਸਰਾਂ ਦੀ ਪੋਜੀਸ਼ਨ ਕੀ ਆ, ਕੀ ਇਹ ਸਾਡਾ VVPAT ਠੀਕ ਆ, ਸਾਡੀ ਮਸ਼ੀਨ ਠੀਕ ਆ, ਤਾਂ ਉਸ ਤੋਂ ਬਾਅਦ ਜਿਹੜੀ ਸਾਡੀ ਇਹ EVM ਆ ਇਹ ਵਰਕਿੰਗ ਕੰਡੀਸ਼ਨ ਦੇ ਵਿੱਚ ਆ ਜਾਊਗੀ। ਔਰ ਲਾਸਟ ਦੇ ਉੱਤੇ ਆ ਜਾਂਦਾ ਹੁੰਦਾ ਉਸ ਤੋਂ ਬਾਅਦ ਕਿ EVM ਇਜ਼ ਰੈਡੀ, ਮਤਲਬ ਕਿ ਉਦੋਂ ਬਾਅਦ ਜਿਹੜੀ EVM ਆ ਸਾਡੀ ਉਹ ਵੋਟਾਂ ਪਾਉਣ ਦੇ ਲਈ ਰੈਡੀ ਆ। ਔਰ ਨਾਲ ਹੀ ਇਹ ਦੱਸੂਗੀ ਕਿ ਇਹਦੇ ਵਿੱਚ ਕੈਂਡੀਡੇਟ ਕਿੰਨੇ ਸੈੱਟ ਕੀਤੇ ਗਏ ਉਸ ਤੋਂ ਪਹਿਲਾਂ, ਔਰ ਕੈਂਡੀਡੇਟ ਦੇ ਨਾਲ ਇਹਦਾ ਟਾਈਮ ਕੀ ਆ, ਡੇਟ ਕੀ ਆ, ਸਾਰਾ ਕੁਝ ਇਹ ਜਿਹੜੀ ਸਾਡੀ ਡਿਸਪਲੇ ਯੂਨਿਟ ਆ ਉਹਦੇ ਵਿੱਚ ਇਹਦਾ ਸੀਰੀਅਲ ਨੰਬਰ ਕੀ ਆ, ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਸਾਡੀ ਕੰਟਰੋਲ ਯੂਨਿਟ ਦੇ ਵਿੱਚ ਆਉਂਦੀ ਹੈਗੀ ਆ। ਉਸ ਤੋਂ ਬਾਅਦ ਜਿਹੜੀ ਆਪਾਂ ਮੌਕ ਪੋਲ ਜਿਹੜੀ ਆਪਾਂ ਸੱਦ ਕੇ ਉਹ ਸਟਾਰਟ ਕਰਨੀ ਆ ਜਦੋਂ ਸਾਡੀ EVM ਰੈਡੀ ਹੋ ਜਾਂਦੀ ਹੈ। ਜਦੋਂ ਆਪਾਂ ਹੁਣ ਮਸ਼ੀਨ ਦੇ ਸਾਡੇ EVM ਦੇ ਕਨੈਕਸ਼ਨ ਕਰਤੇ, ਤਿੰਨੇ ਹਿੱਸਿਆਂ ਨੂੰ ਆਪਸ ਦੇ ਵਿੱਚ ਜੋੜਤਾ, ਤਾਂ ਹੁਣ ਆਪਾਂ ਇਹਦਾ ਮੌਕ ਪੋਲ ਕਰਨਾ, ਯਾਨੀ ਕਿ ਫਰਜ਼ੀ ਮਤਦਾਨ ਆ। ਫਰਜ਼ੀ ਮਤਦਾਨ ਮੌਕ ਪੋਲ ਜਿਹੜਾ ਪੋਲਿੰਗ ਵਾਲੇ ਦਿਨ ਘੱਟੋ ਘੱਟ ਜਦੋਂ ਤੁਹਾਡਾ ਟਾਈਮ ਦਿੱਤਾ ਗਿਆ ਹੋਊਗਾ ਕਿ ਵੋਟਾਂ ਤੁਹਾਡੀਆਂ ਕਿੰਨੇ ਵਜੇ ਸ਼ੁਰੂ ਹੋਣੀਆਂ, ਉਦੋਂ 1 ਘੰਟਾ ਪਹਿਲਾਂ ਤੁਸੀਂ ਮਿਨੀਮਮ ਜਿਹੜੀ ਆ ਉਹ ਮੌਕ ਪੋਲ ਕਰਨੀ ਆ। ਔਰ ਮੌਕ ਪੋਲ ਕਰਨ ਦੇ ਲਈ ਇੱਕ ਕੰਡੀਸ਼ਨ ਇਹ ਵੀ ਆ ਕਿ ਜਿੰਨੇ ਵੀ ਕੈਂਡੀਡੇਟ ਤੁਹਾਡੇ ਸੈੱਟ ਹੋਏ ਵੀ ਹੋਣਗੇ ਉਸ ਕੰਸਟੀਚੁਐਂਸੀ ਦੇ ਵਿੱਚ ਘੱਟੋ ਘੱਟ 3 ਵੋਟਾਂ ਹਰ ਕੈਂਡੀਡੇਟ ਨੂੰ ਪਾਉਣੀਆਂ ਜ਼ਰੂਰੀ ਆ ਔਰ ਮਿਨੀਮਮ 50 ਵੋਟਾਂ ਪਾਉਣੀਆਂ ਜਿਹੜੀਆਂ ਉਹ ਜ਼ਰੂਰੀ ਆ। ਇਹਦੇ ਲਈ ਮੇਰੀ ਬੇਨਤੀ ਹੈ ਕਿ ਤੁਸੀਂ ਸਾਰੇ ਪੋਲਿੰਗ ਏਜੰਟਸ ਨੂੰ ਸਮੇਂ ਸਿਰ ਜਿਹੜੀ ਆ ਇਨਫੋਰਮੇਸ਼ਨ ਦੇ ਦੇਣੀ ਆ ਔਰ ਜਦੋਂ ਉਹ ਪੋਲਿੰਗ ਏਜੰਟ ਆ ਜਿਹੜੇ ਤੁਹਾਡੇ ਕੋਲੇ ਆ ਗਏ ਤਾਂ ਤੁਸੀਂ ਇੱਕ ਡਾਇਰੀ ਲਾ ਲੈਣੀ ਆ। ਉਸ ਡਾਇਰੀ ਦੇ ਵਿੱਚ ਸਾਰੇ ਕੈਂਡੀਡੇਟਸ ਦੇ ਜਿਹੜੇ ਪੋਲਿੰਗ ਏਜੰਟ ਹੋਣਗੇ ਉਹਨਾਂ ਨੂੰ ਕਹਿਣਾ ਕਿ ਤੁਸੀਂ ਆਪੋ ਆਪਣੇ
ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਵੋਟਾਂ ਪਾਓ ਔਰ ਵੋਟਾਂ ਪਾ ਕੇ ਤੁਸੀਂ ਚੈੱਕ ਕਰ ਸਕਦੇ ਹੋ। ਔਰ ਇਹਦੇ ਵਿੱਚ ਤੁਸੀਂ ਇਹ ਗੱਲ ਨੋਟ ਕਰਨੀ ਹੈ ਇਸ ਡਾਇਰੀ ਦੇ ਵਿੱਚ ਕਿ ਕਿਹੜਾ ਕੈਂਡੀਡੇਟ ਜੋ ਤੁਸੀਂ ਇਸ ਬੈਲਟ ਯੂਨਿਟ ਨੂੰ ਪ੍ਰੈਸ ਕਰੋਗੇ, ਜਿਵੇਂ ਦਿਖਾਇਆ ਗਿਆ ਇਸ ਬੈਲਟ ਯੂਨਿਟ ਨੂੰ ਪ੍ਰੈਸ ਕੀਤਾ ਤਾਂ ਕੰਟਰੋਲ ਯੂਨਿਟ ਦਾ ਜਿਹੜਾ ਬਿਜ਼ੀ ਲੈਂਪ ਆ ਉਹ ਨਾਲ ਦੀ ਨਾਲ ਹੀ ਆਨ ਹੋ ਜਾਏਗਾ, ਰੈੱਡ ਰੰਗ ਦਾ ਹੋ ਜਾਏਗਾ। ਔਰ ਨਾਲ ਦੀ ਨਾਲ ਹੀ ਜਿਹੜਾ ਇਸ ਇਧਰਲੇ ਪਾਸੇ ਜਿਹੜਾ ਸਾਡਾ ਬੈਲਟ ਯੂਨਿਟ ਆ ਉਹਦਾ ਜਿਹੜਾ ਗ੍ਰੀਨ ਕਲਰ ਦਾ ਲੈਂਪ ਆ ਉਹ ਆਨ ਹੋ ਜਾਏਗਾ। ਜੋ ਤੁਸੀਂ ਉਸ ਕੈਂਡੀਡੇਟ ਨੂੰ ਕੋਈ ਵੀ ਪੋਲਿੰਗ ਏਜੰਟ ਵੋਟ ਪਾਏਗਾ ਤਾਂ ਇਹਦਾ ਜਿਹੜਾ ਰੈੱਡ ਲੈਂਪ ਆ ਇਹ ਆਨ ਹੋ ਜਾਏਗਾ। ਇਧਰੋਂ ਜਿਹੜੀ ਸਾਡੀ ਡਿਸਪਲੇ ਯੂਨਿਟ ਆ ਉਹਦੇ ਵਿੱਚ ਪਤਾ ਲੱਗ ਜਾਏਗਾ ਕਿ ਉਸ ਕੈਂਡੀਡੇਟ ਨੇ, ਉਸ ਪੋਲਿੰਗ ਏਜੰਟ ਨੇ ਕਿਹੜੇ ਕੈਂਡੀਡੇਟ ਨੂੰ ਵੋਟ ਪਾਈ ਆ ਔਰ ਉਹਦਾ ਜਿਹੜਾ ਨਿਸ਼ਾਨ ਆ ਔਰ ਜਿਹੜਾ ਸੀਰੀਅਲ ਨੰਬਰ ਆ ਔਰ ਉਹਦਾ ਨਾਮ ਹੈ। 7 ਸਕਿੰਟਾਂ ਦੇ ਲਈ ਡਿਸਪਲੇ ਯੂਨਿਟ ਦੇ ਵਿੱਚ ਇਸ ਤਰ੍ਹਾਂ ਰਹੇਗੇ ਔਰ 7 ਸਕਿੰਟਾਂ ਤੋਂ ਬਾਅਦ ਪਰਚੀ ਨੀਚੇ ਡਿੱਗ ਪਏਗੀ। ਔਰ ਜਿਹੜੀ ਇਸ ਕੰਟਰੋਲ ਯੂਨਿਟ ਦੇ ਵਿੱਚ ਕਿ ਲੰਬੀ ਬੀਪ ਆ ਜਿਹੜੀ, ਜਿੰਨਾ ਚਿਰ ਵੋਟ ਕਾਸਟ ਨਹੀਂ ਹੁੰਦੀ ਜਾਂ ਵੋਟ ਕਾਸਟ ਹੋ ਰਹੀ ਆ ਉਹਨਾਂ ਚਿਰ ਲੰਬੀ ਬੀਪ ਆ ਜਿਹੜੀ ਉਹ ਆਉਂਦੀ ਰਹੇਗੀ। ਇਸੇ ਤਰ੍ਹਾਂ ਤੁਸੀਂ ਇਹਨਾਂ ਦੇ ਪੋਲਿੰਗ ਏਜੰਟ ਆ ਜਿਹੜੇ ਜਿੰਨੀਆਂ ਵੋਟਾਂ ਪਾਉਣਗੇ ਉਹਨਾਂ ਨੂੰ ਤੁਸੀਂ ਨੋਟ ਕਰਦੇ ਜਾਣਾ ਕਾਗਜ਼ ਦੇ ਉੱਤੇ। ਫਿਰ ਇਸ ਤੋਂ ਬਾਅਦ ਫਿਰ ਦੁਬਾਰਾ ਨੈਕਸਟ ਤੁਸੀਂ ਉਹਦੇ ਜਿਹੜਾ ਹੈਗਾ ਬੈਲਟ ਯੂਨਿਟ ਇਸ਼ੂ ਕੀਤਾ, ਅਗਲਾ ਪੋਲਿੰਗ ਏਜੰਟ ਆਇਆ, ਫਿਰ ਬਿਜ਼ੀ ਲੈਂਪ ਆਨ ਹੋ ਗਿਆ, ਉਹਨੇ ਫਿਰ ਨੈਕਸਟ ਨੂੰ ਵੋਟ ਪਾਈ। ਇਸ ਤਰ੍ਹਾਂ ਕਰਦੇ ਕਰਦੇ ਜਿਹੜਾ ਤੁਹਾਡੀਆਂ 50 ਵੋਟਾਂ ਜਿਹੜੀਆਂ ਜਦੋਂ ਪੈ ਗਈਆਂ ਤਾਂ ਤੁਸੀਂ ਇਹ ਡਾਟਾ ਨੋਟ ਕਰ ਲਿਆ ਕਿ ਉਹਨਾਂ ਨੇ 50 ਵੋਟਾਂ ਜਿਹੜੀਆਂ ਕਿਹੜੇ ਕੈਂਡੀਡੇਟਸ ਨੂੰ ਪਾਈਆਂ। ਔਰ ਉਸ ਤੋਂ ਬਾਅਦ ਆਪਾਂ ਜਿਹੜਾ ਇਹਦਾ ਮੌਕ ਪੋਲ ਦਾ ਜਿਹੜਾ ਰਿਜ਼ਲਟ ਲੈਣਾ। ਸੋ ਰਿਜ਼ਲਟ ਲੈਣ ਦੇ ਲਈ ਜਦੋਂ ਇਹ ਵੋਟਾਂ ਪੈ ਗਈਆਂ ਤਾਂ ਰਿਜ਼ਲਟ ਲੈਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਜਿਹੜੀ ਸਾਡੀ ਈਵੀਐਮ ਆ ਇਹਨੂੰ ਉੱਪਰਲੇ ਜਿਹੜਾ ਕਵਰ ਆ, ਨੀਚੇ ਵਾਲਾ ਜਿਹੜਾ ਕਵਰ ਆ, ਇਹਨੂੰ ਮਸ਼ੀਨ ਨੂੰ ਆਪਾਂ ਕਲੋਜ਼ ਕਰਾਂਗੇ। ਇਸ ਤਰ੍ਹਾਂ ਇਸ ਬਟਨ ਨੂੰ ਕਲੋਜ਼ ਕਰਤਾ ਔਰ ਈਵੀਐਮ ਦੇ ਵਿੱਚ ਆ ਜਾਏਗਾ ਕਲੋਜ਼ਿੰਗ। ਸੋ ਕਲੋਜ਼ਿੰਗ ਹੋਣ ਤੋਂ ਬਾਅਦ ਜਦੋਂ ਈਵੀਐਮ ਕਲੋਜ਼ ਹੋ ਗਈ ਤਾਂ ਲਾਸਟ ਤੇ ਉੱਤੇ ਆ ਜਾਏਗਾ ਕਿ ਪੋਲ ਕਲੋਜ਼ਡ। ਸੋ ਕਲੋਜ਼ ਕਰਨ ਤੋਂ ਬਾਅਦ ਆਪਾਂ ਰਿਜ਼ਲਟ ਲੈਣਾ ਹੈ। ਸੋ ਫਿਰ ਰਿਜ਼ਲਟ ਲੈਣ ਦੇ ਲਈ ਆਪਾਂ ਜਿਹੜਾ ਰਿਜ਼ਲਟ ਸੈਕਸ਼ਨ ਖੋਲ ਕੇ ਇਹ ਰਿਜ਼ਲਟ ਪ੍ਰੈਸ ਕਰਾਂਗੇ। ਰਿਜ਼ਲਟ ਪ੍ਰੈਸ ਕੀਤਾ ਤਾਂ ਸਾਰੇ ਕੈਂਡੀਡੇਟ ਜਿੰਨੇ ਵੀ ਸੈੱਟ ਹੋਣਗੇ ਕੰਪਿਊਟਿੰਗ ਰਿਜ਼ਲਟ ਆ ਜਿਹੜਾ ਉਹ ਆ ਜਾਏਗਾ। ਔਰ ਇਹਦਾ ਜਿਹੜਾ ਰਿਜ਼ਲਟ ਆ ਕਿ ਪਹਿਲੇ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਪਈਆਂ, ਦੂਸਰੇ ਨੂੰ ਕਿੰਨੀਆਂ ਪਈਆਂ, ਤੀਸਰੇ ਨੂੰ ਕਿੰਨੀਆਂ ਪਈਆਂ, ਚੌਥੇ ਨੂੰ ਕਿੰਨੀਆਂ ਪਈਆਂ, ਇਹ ਰਿਜ਼ਲਟ ਆ ਜਾਣਾ। ਔਰ ਸਾਡੇ ਜਿਹੜੇ ਪ੍ਰੈਜ਼ਾਈਡਿੰਗ ਆਫੀਸਰ ਸਾਹਿਬਾਨ ਆ ਇਸ ਰਿਜ਼ਲਟ ਨੂੰ ਜਿਹੜਾ ਇਸ ਕੰਟਰੋਲ ਯੂਨਿਟ ਦੇ ਵਿੱਚ ਆਇਆ ਇਹਨੂੰ ਇੱਕ ਸੈਪਰੇਟ ਸ਼ੀਟ ਦੇ ਉੱਤੇ ਨੋਟ ਕਰਨਗੇ ਕਿ ਕਿਹੜੇ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਪਈਆਂ। ਜਦੋਂ ਇਹ ਰਿਜ਼ਲਟ ਲੈ ਲਿਆ ਤਾਂ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਇਹ ਜਿਹੜਾ ਵੀਵੀਪੈਟ ਆ ਇਹਦੇ ਡਰਾਪ ਬਾਕਸ ਨੂੰ ਖੋਲ ਲੈਣਾ। ਇਹਦੇ ਡਰਾਪ ਬਾਕਸ ਦੇ ਵਿੱਚ ਜਿੰਨੀਆਂ ਵੀ ਸਲਿੱਪਾਂ ਹੈਗੀਆਂ ਉਹ ਬਾਹਰ ਕੱਢ ਲੈਣੀਆਂ ਔਰ ਇਹ ਸਾਰੀਆਂ ਸਲਿੱਪਾਂ ਤੁਸੀਂ ਬਾਹਰ ਕੱਢ ਕੇ ਇਹਨਾਂ ਦੇ ਵਿੱਚ 7 ਸਲਿੱਪਾਂ ਜਿਹੜੀਆਂ ਹੋਣਗੀਆਂ ਉਹਦਾ ਡਰਾਪ ਬਾਕਸ ਦੇ ਵਿੱਚ ਡਿੱਗੀਆਂ ਹੋਣਗੀਆਂ ਜਿਹੜੀਆਂ ਵੀਵੀਪੈਟ ਨੇ ਆਪਦੀ ਇਨਫੋਰਮੇਸ਼ਨ ਦਿੱਤੀ ਹੋਊਗੀ ਕਿ ਇਹਦੇ ਸੈਂਸਰ ਕਿਸ ਤਰ੍ਹਾਂ ਦੇ ਕੰਮ ਕਰਦੇ ਆ, ਇਹਦਾ ਸੀਰੀਅਲ ਨੰਬਰ ਕੀ ਆ। ਉਹ ਸਲਿੱਪਾਂ ਤੁਸੀਂ ਅਲੱਗ ਕਰ ਲੈਣੀਆਂ ਤੇ ਜਿਹੜੀਆਂ ਤੁਹਾਡੇ ਕੈਂਡੀਡੇਟ ਵਾਈਜ਼ ਜਿਹੜੀਆਂ ਸਿੰਬਲ ਅਨੁਸਾਰ ਉਹਨਾਂ ਦੇ ਨਾਂ ਕੀ ਆ ਉਹਨਾਂ ਨੂੰ ਤੁਸੀਂ ਅਲੱਗ ਢੇਰੀਆਂ ਬਣਾ ਲੈਣੀਆਂ। ਸੋ ਹੁਣ ਤੁਹਾਡੇ ਕੋਲੇ 3 ਤਰ੍ਹਾਂ ਦਾ ਡਾਟਾ ਆ ਗਿਆ। ਇਹ ਜਿਹੜਾ ਤੀਜਾ ਡਾਟਾ ਇਹਨੂੰ ਵੀ ਕਾਗਜ਼ ਤੇ ਨੋਟ ਕਰ ਲੈਣਾ ਕਿ ਵੀਵੀਪੈਟ ਦੇ ਅਨੁਸਾਰ ਕਿਹੜੇ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਪਈਆਂ। ਹੁਣ ਤੁਹਾਡੇ ਕੋਲੇ 3 ਤਰ੍ਹਾਂ ਦਾ ਡਾਟਾ ਆ ਗਿਆ ਕਿ ਪਹਿਲਾ ਡਾਟਾ ਤਾਂ ਕਿ ਜਿਹੜੇ ਪੋਲਿੰਗ ਏਜੰਟ ਸੀ ਉਹਨਾਂ ਨੇ ਕਿਹੜੇ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਪਾਈਆਂ ਸਾਡੇ ਬੈਲਟ ਯੂਨਿਟ ਦੇ ਅਨੁਸਾਰ। ਦੂਸਰਾ ਡਾਟਾ ਆ ਗਿਆ ਤੁਹਾਡਾ ਵੀਵੀਪੈਟ ਦਾ ਕਿ ਇਹਦੇ ਅਨੁਸਾਰ ਕਿਹੜੇ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਪਈਆਂ ਜੇ ਤੁਸੀਂ ਅਲੱਗ ਕਰ ਲਈਆਂ। ਤੀਸਰਾ ਡਾਟਾ ਸਾਡਾ ਸੀਗਾ ਜਿਹੜਾ ਸਾਡਾ ਕੰਟਰੋਲ ਯੂਨਿਟ ਅਨੁਸਾਰ ਆ ਗਿਆ ਸੀਗਾ ਕਿ ਕਿਹੜੇ ਕੈਂਡੀਡੇਟ ਨੂੰ ਸਾਡੇ ਕੰਟਰੋਲ ਯੂਨਿਟ ਨੇ ਕਿੰਨੀਆਂ ਵੋਟਾਂ ਜਿਹੜੀਆਂ ਪਾਈਆਂ ਦੱਸੀਆਂ। ਸੋ ਆਪਾਂ ਹੁਣ ਇਹਨਾਂ ਤਿੰਨਾਂ ਜਿਹੜੇ ਸਾਡੇ ਡਾਟੇ ਆ ਇਹਨਾਂ ਨੂੰ ਟੈਲੀ ਕਰਨਾ ਔਰ ਟੈਲੀ ਕਰਕੇ ਅਸੀਂ ਇਹਦਾ ਮੌਕ ਪੋਲ ਸਰਟੀਫਿਕੇਟ ਆ ਜਿਹੜਾ ਉਹ ਭਰਨਾ ਹੈ ਤੇ ਨਾਲ ਦੀ ਨਾਲ ਹੀ ਮੌਕ ਪੋਲ ਸਰਟੀਫਿਕੇਟ ਭਰ ਕੇ ਜਿਹੜੇ ਸਾਡੇ ਉੱਥੇ ਪੋਲਿੰਗ ਏਜੰਟ ਉੱਤੇ ਹਾਜ਼ਰ ਹੋਣਗੇ ਉਹਨਾਂ ਦੇ ਸਿਗਨੇਚਰ ਕਰਵਾਉਣੇ ਆ ਔਰ ਉਹਨਾਂ ਦੀ ਤਸੱਲੀ ਕਰਵਾਉਣੀ ਆ ਕਿ ਸਾਡੀ ਜਿਹੜੀ ਈਵੀਐਮ ਆ ਉਹ ਬਿਲਕੁਲ ਠੀਕ ਠਾਕ ਆ ਔਰ ਇਹਦੇ ਵਿੱਚ ਜਿਹੜੀ ਹੁਣ ਸਾਡੀ ਵਰਕਿੰਗ ਕੰਡੀਸ਼ਨ ਦੇ ਵਿੱਚ ਆ ਇਹਦੇ ਨਾਲ ਹੁਣ ਅਸੀਂ ਐਕਚੁਅਲ ਪੋਲਿੰਗ ਆ ਜਿਹੜੀ ਉਹ ਕਰਵਾ ਸਕਦੇ ਆ। ਔਰ ਮੌਕ ਪੋਲ ਸਰਟੀਫਿਕੇਟ ਦੇ ਉੱਤੇ ਜਿਹੜੀ ਸਾਰੀ ਇਨਫੋਰਮੇਸ਼ਨ ਆਪਾਂ ਜਿਹੜੇ ਪ੍ਰੈਜ਼ਾਈਡਿੰਗ ਆਫੀਸਰ ਆ ਕਿ ਕਿਹੜੇ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਪਈਆਂ ਉਹ ਸਾਰੀ ਦੀ ਸਾਰੀ ਜਿਹੜੀ ਉਹ ਭਰ ਕੇ ਮੌਕ ਪੋਲ ਸਰਟੀਫਿਕੇਟ ਆ ਜਿਹੜਾ ਉਹ ਤਿਆਰ ਕਰ ਲੈਣਾ। ਸੋ ਇਹ ਤਿਆਰ ਕਰਨ ਤੋਂ ਬਾਅਦ ਜਿਹੜੀਆਂ ਆਹ ਸਲਿੱਪਾਂ ਜਿਹੜੀਆਂ ਤੁਸੀਂ 57 ਸਲਿੱਪਾਂ ਕੱਢੀਆਂ ਇਹਨਾਂ ਸਾਰੀਆਂ 57 ਸਲਿੱਪਾਂ ਦੇ ਪਿਛਲੇ ਪਾਸੇ ਤੁਹਾਨੂੰ ਇੱਕ ਸਟੈਂਪ ਦਿੱਤੀ ਜਾਊਗੀ ਮੌਕ ਪੋਲ ਸਲਿੱਪਸ ਨਾਂ ਦੀ। ਉਹਨਾਂ ਸਾਰੀਆਂ ਸਲਿੱਪਾਂ ਨੂੰ ਉੱਤੇ ਮੌਕ ਪੋਲ ਸਲਿੱਪਸ ਵਾਲੀ ਜਿਹੜੀ ਸਟੈਂਪ ਆ ਉਹ ਲਾ ਕੇ 57 ਦੀਆਂ 57 ਨੂੰ ਇਸ ਤਰ੍ਹਾਂ ਦਾ ਤੁਹਾਡੇ ਕੋਲ ਇੱਕ ਬਲੈਕ ਐਨਵੈਲਪ ਹੋਏਗਾ ਜਿਹਦੇ ਉੱਤੇ ਤੁਹਾਡੀ ਕਨਸਟੀਟੂਐਂਸੀ ਦਾ ਨਾਂ ਤੇ ਪੋਲਿੰਗ ਸਟੇਸ਼ਨ ਦਾ ਨਾਂ ਸਾਰੀ ਇਨਫੋਰਮੇਸ਼ਨ ਲਿਖੀ ਹੋਗੀ। ਉਹਨਾਂ ਸਾਰੀਆਂ ਸਲਿੱਪਾਂ ਨੂੰ ਇਸ ਬਲੈਕ ਬਾਕਸ ਦੇ ਵਿੱਚ ਪਾ ਕੇ ਇਹਨੂੰ ਗਮ ਲਾ ਕੇ ਉਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਦੇ ਇੱਕ ਬਲੈਕ ਬਾਕਸ ਹੋਏਗਾ ਤੁਹਾਡੇ ਕੋਲੇ ਪਲਾਸਟਿਕ ਦਾ। ਇਸ ਬਾਕਸ ਦੇ ਉੱਪਰ ਵੀ ਇਨਫੋਰਮੇਸ਼ਨ ਲਿਖੀ ਹੋਏਗੀ ਕਿ ਤੁਹਾਡੀ ਕਨਸਟੀਟੂਐਂਸੀ ਕੀ ਆ, ਤੁਹਾਡਾ ਪੋਲਿੰਗ ਸਟੇਸ਼ਨ ਜਿਹੜਾ ਨੰਬਰ ਕਿੰਨਾ ਹੈ। ਇਸ ਜਿਹੜਾ ਬਲੈਕ ਐਨਵੈਲਪ ਆ ਇਹਨੂੰ ਇਸ ਬਾਕਸ ਦੇ ਵਿੱਚ ਪਾ ਕੇ ਇਹ ਜਿਹੜੀ ਪਿੰਕ ਪੇਪਰ ਸੀਲ ਆ ਇਸ ਪਿੰਕ ਪੇਪਰ ਸੀਲ ਤੁਹਾਨੂੰ ਦਿੱਤੀ ਜਾਊਗੀ। ਇਹਦਾ ਸੀਰੀਅਲ ਨੰਬਰ ਤੁਸੀਂ ਨੋਟ ਕਰ ਲੈਣਾ ਕਿ ਕਿਹੜੀ ਜਿਹੜੀ ਪਿੰਕ ਪੇਪਰ ਸੀਲ ਆ ਤੁਸੀਂ ਯੂਜ਼ ਕਰ ਰਹੇ ਹੋ। ਇਹਨੂੰ ਜਿਹੜੀ ਸੀਲ ਆ ਇਹਨੂੰ ਲਾ ਕੇ ਤੁਸੀਂ
इस तरह गम ਦੇ ਨਾਲ ਲਾ ਕੇ ਸਾਈਡ ਤੇ ਰੱਖ ਲੈਣਾ। ਔਰ ਜਦੋਂ ਤੁਹਾਡੀ ਸਟੈਚਰੀ ਜਿਹੜੀ ਤੁਹਾਡੀ ਸਟਰੋਂਗ ਰੂਮ ਦੇ ਵਿੱਚ ਜਾਊਗੀ EVM ਦੇ ਨਾਲ, ਇਹ ਬਲੈਕ ਜਿਹੜਾ ਬਾਕਸ ਆ ਪਲਾਸਟਿਕ ਦਾ ਸਟੈਚਰੀ ਦੇ ਨਾਲ ਸਟਰੋਂਗ ਰੂਮ ਦੇ ਵਿੱਚ ਜਾਊਗਾ। ਸੋ ਇਹਦੇ ਨਾਲ ਮੇਰੀ ਇਹ ਇਨਸ਼ੋਰ ਕਰਨਾ ਹੈ ਕਿ ਇਸ ਤੋਂ ਬਾਅਦ ਜਦੋਂ ਤੁਸੀਂ ਇਹਦਾ ਰਿਜ਼ਲਟ ਵੀ ਲੈ ਲਿਆ, ਕੈਂਡੀਡੇਟ ਦੇ ਨੋਟ ਵੀ ਕਰ ਲਏ, ਉਸ ਤੋਂ ਬਾਅਦ ਤੁਸੀਂ ਇਹ ਜਿਹੜੀ EVM ਆ ਇਹਨੂੰ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ। ਸੋ ਰਿਜ਼ਲਟ ਲੈਣ ਤੋਂ ਬਾਅਦ ਤੁਸੀਂ ਕਲੀਅਰ ਕਰਨਾ, ਕਲੀਅਰ ਦਾ ਜਿਹੜਾ ਬਟਨ ਆ ਉਹਨੂੰ ਪ੍ਰੈਸ ਕਰਨਾ ਹੈ। ਸੋ ਕਲੀਅਰ ਕਰਨ ਤੋਂ ਬਾਅਦ ਇਹ ਆ ਜਾਊਗਾ ਕਿ ਸਾਰੇ ਕੈਂਡੀਡੇਟਸ ਦੀ ਜਿਹੜੀਆਂ ਵੋਟਾਂ ਹੈ, ਜਿਹੜਾ ਡਾਟਾ ਹੈ ਉਹ ਡਿਲੀਟ ਹੋ ਜਾਣਾ ਤੁਹਾਡੇ ਕੰਟਰੋਲ ਯੂਨਿਟ ਦੇ ਵਿੱਚੋਂ। ਹੁਣ ਇਹ ਹੋ ਜਾਣਾ ਕਿ ਪਹਿਲੇ ਕੈਂਡੀਡੇਟ ਨੂੰ ਜਿਹੜੀ ਵੋਟ ਆ ਉਹ ਵੀ 0, ਦੂਸਰੇ ਨੂੰ ਵੀ 0, ਤੀਸਰੇ ਨੂੰ ਵੀ 0, ਚੌਥੇ ਨੂੰ ਵੀ 0। ਹੁਣ ਤੁਸੀਂ ਜਿਹੜਾ ਡ੍ਰੌਪ ਬਾਕਸ ਆ ਜਿਹੜੀਆਂ ਇਹਦੀਆਂ ਸਲਿੱਪਾਂ ਹੈ ਜਿਹੜੀਆਂ ਇਸ ਬਲੈਕ ਐਨਵੈਲਪ ਦੇ ਵਿੱਚ ਪਾਤੀਆਂ, ਉਸ ਤੋਂ ਬਾਅਦ ਤੁਸੀਂ ਇਹ ਜਿਹੜਾ ਡ੍ਰੌਪ ਬਾਕਸ ਆ ਇਹਨੂੰ ਬਿਲਕੁਲ ਜਿਹੜਾ ਖਾਲੀ, ਇਹਦੇ ਵਿੱਚ ਕੋਈ ਵੀ ਸਲਿੱਪ ਆ ਜਿਹੜੀ ਉਹ ਚਾਹੀਦੀ ਨਹੀਂ। ਔਰ ਜਿਹੜੇ ਇੱਥੇ ਹਾਜ਼ਰ ਪੋਲਿੰਗ ਏਜੰਟਾਂ ਨੂੰ ਦਿਖਾ ਦੇਣਾ ਕਿ ਇਹਦੇ ਵਿੱਚ ਹੁਣ ਭਾਈ ਕੋਈ ਸਲਿੱਪ ਨਹੀਂ। ਉਸ ਤੋਂ ਬਾਅਦ ਤੁਸੀਂ ਇਸ ਡ੍ਰੌਪ ਬਾਕਸ ਨੂੰ ਇਧਰਲੇ ਪਾਸੇ ਜਦੋਂ ਜਿਹੜੀ EVM ਉਹ ਵੀ ਕਲੀਅਰ ਹੋ ਗਈ, ਡ੍ਰੌਪ ਬਾਕਸ ਨੂੰ ਤੁਸੀਂ ਇਸ ਤਰ੍ਹਾਂ ਦੇ 2 ਐਡਰੈਸ ਟੈਗ ਲੈ ਕੇ ਲਾਖ ਦੇ ਨਾਲ ਜਿਹੜੇ ਸਾਈਡ ਦੇ ਉੱਤੇ ਇਹਦੇ ਸਟਾਕ ਬਣੇ ਹੋਏ ਆ, ਇਸ ਤਰ੍ਹਾਂ ਧਾਗਿਆਂ ਦੇ ਨਾਲ ਜਿਹੜਾ ਹੈਗਾ ਇਹਨੂੰ ਧਾਗੇ ਨੋਟ ਬੰਨ੍ਹ ਕੇ ਸੀਲ ਕਰ ਦੇਣਾ ਡ੍ਰੌਪ ਬਾਕਸ ਨੂੰ। ਸੋ ਇਸ ਤਰ੍ਹਾਂ ਤੁਹਾਡਾ ਡ੍ਰੌਪ ਬਾਕਸ ਵੀ ਖਾਲੀ ਤੇ ਜਿਹੜੀ EVM ਆ ਤੁਹਾਡੀ ਇਹਦੇ ਵਿੱਚੋਂ ਵੀ ਜਿਹੜਾ ਤੁਸੀਂ ਰਿਜ਼ਲਟ ਆ ਜਿਹੜਾ ਉਹ ਕਲੀਅਰ ਕਰਤਾ। ਔਰ ਹੁਣ ਜਿਹੜੀ ਸਾਡੀ ਜਿਹੜੀ ਪੋਲਿੰਗ ਆ, ਐਕਚੁਅਲ ਪੋਲਿੰਗ ਦੇ ਲਈ ਮਸ਼ੀਨ ਆ ਜਿਹੜੀ EVM ਆ ਸੀ ਉਹਦੀ ਸੀਲਿੰਗ ਕਰਨੀ ਆ ਕਿ ਉਹਦੀ ਸੀਲਿੰਗ ਆ ਜਿਹੜੀ ਐਕਚੁਅਲ ਪੋਲਿੰਗ ਦੇ ਲਈ ਕਿਵੇਂ ਕਰੀਏ। ਸੋ ਹੁਣ ਆਪਾਂ ਐਕਚੁਅਲ ਪੋਲਿੰਗ ਦੇ ਲਈ ਜਿਹੜੀ EVM ਆ ਉਹਨੂੰ ਆਪਾਂ ਸੀਲ ਕਰਨਾ। ਸੋ ਸਭ ਤੋਂ ਪਹਿਲਾਂ ਜਿਹੜਾ ਸਾਡਾ VVPAT ਆ ਜਿਹਨੂੰ ਅਸੀਂ ਵਰਕਿੰਗ ਕੰਡੀਸ਼ਨ ਦੇ ਵਿੱਚ ਲੈ ਕੇ ਆਂਦਾ ਉਹਨੂੰ ਅਸੀਂ ਟਰਾਂਸਪੋਰਟੇਸ਼ਨ ਮੋਡ ਦੇ ਵਿੱਚ ਯਾਨੀ ਕਿ ਹੌਰੀਜ਼ੈਂਟਲ ਪੋਜੀਸ਼ਨ ਦੇ ਵਿੱਚ ਕਰਨਾ। ਸਭ ਤੋਂ ਪਹਿਲਾਂ ਜਿਹੜਾ ਸਾਡਾ VVPAT ਆ ਉਹਨੂੰ ਅਸੀਂ ਜਦੋਂ ਕਰਤਾ ਆਫ ਪੋਜੀਸ਼ਨ ਦੇ ਵਿੱਚ ਕਰਤਾ ਤੇ ਫਿਰ ਨਾਲ ਦੀ ਨਾਲ ਹੀ ਅਸੀਂ ਜਿਹੜੀ ਸਾਡੀ EVM ਸਾਡਾ ਕੰਟਰੋਲ ਯੂਨਿਟ ਆ ਉਹਦੀ ਵੀ ਜਿਹੜੀ ਸਵਿਚ ਆ ਉਹਨੂੰ ਆਪਾਂ ਨੀਚੇ ਨੂੰ ਕਰਕੇ ਆਫ ਕਰਨਾ। ਔਰ ਇਹਦੇ ਨਾਲ ਦੀ ਨਾਲ ਹੀ ਜਿਹੜਾ ਇਹਦਾ ਕਨੈਕਟਰ ਆ ਇਹਨੂੰ ਆਪਾਂ ਅਲੱਗ ਕਰ ਲੈਣਾ ਹੈ ਜਿਹੜਾ VVPAT ਦੇ ਨਾਲ ਜੋੜਿਆ ਹੋਇਆ, ਹਲਕਾ ਜਿਹਾ ਲੈਚਸ ਨੂੰ ਪ੍ਰੈਸ ਕਰਕੇ। ਹੁਣ ਆਪਾਂ ਜਿਹੜਾ ਸਾਡਾ ਕੰਟਰੋਲ ਯੂਨਿਟ ਆ ਉਹਨੂੰ ਆਪਾਂ ਐਕਚੁਅਲ VOTING ਦੇ ਲਈ ਸੀਲ ਕਰਨਾ ਹੈ। ਇਹਦੇ ਲਈ ਸਾਨੂੰ ਸੀਲ ਕਰਨ ਦੇ ਲਈ 3 ਚੀਜ਼ਾਂ ਦੀ ਲੋੜ ਪੈਣੀ ਆ। ਪਹਿਲਾਂ ਤਾਂ ਇੱਕ ਪੈਣੀ ਆ ਸਪੈਸ਼ਲ ਟੈਗ ਦੀ ਲੋੜ, ਦੂਸਰੀ ਪੈਣੀ ਆ ਸਾਨੂੰ ਇਸ ਤਰ੍ਹਾਂ ਦੀ ਸਟ੍ਰਿਪ ਸੀਲ ਦੀ ਜਿਹੜੀ ABCD ਵਾਲੀ ਹੁੰਦੀ ਆ, ਇੱਕ ਸਾਨੂੰ ਪੈਣੀ ਆ ਗ੍ਰੀਨ ਪੇਪਰ ਸੀਲ ਦੀ ਲੋੜ। ਸੋ ਜਿਹੜੀਆਂ ਵੀ ਇਹ ਸੀਲਾਂ ਤੁਸੀਂ ਵਰਤਣੀਆਂ, ਗ੍ਰੀਨ ਪੇਪਰ ਸੀਲ ਤੇ ਸਟ੍ਰਿਪ ਸੀਲ ਤੇ ਜਿਹੜਾ ਤੁਹਾਡਾ ਸਪੈਸ਼ਲ ਟੈਗ ਆ, ਇਹਦੇ ਜਿਹੜੇ ਸੀਰੀਅਲ ਨੰਬਰ ਦਿੱਤੇ ਹੋਣਗੇ ਇਹਨਾਂ ਦੇ ਉੱਤੇ ਤੁਹਾਨੂੰ ਜੋ ਵੀ ਇਸ਼ੂ ਹੋਣਗੇ ਉਹ ਤੁਸੀਂ ਡਾਇਰੀ ਦੇ ਵਿੱਚ ਪ੍ਰੈਜ਼ਾਈਡਿੰਗ ਆਫੀਸਰ ਨੋਟ ਕਰੂਗਾ ਕਿ ਕਿਹੜੇ ਸੀਰੀਅਲ ਨੰਬਰ ਦਾ ਜਿਹੜਾ ਹੈਗਾ ਸਪੈਸ਼ਲ ਟੈਗ ਵਰਤਿਆ ਜਾ ਰਿਹਾ, ਕਿਹੜੇ ਸੀਰੀਅਲ ਨੰਬਰ ਦੀ ਇੱਥੇ ਸਟ੍ਰਿਪ ਸੀਲ ਵਰਤੀ ਜਾ ਰਹੀ ਹੈ, ਕਿਹੜੇ ਸੀਰੀਅਲ ਨੰਬਰ ਦੀ ਜਿਹੜੀ ਹੈਗੀ ਹੈ ਤੁਹਾਡੀ ਗ੍ਰੀਨ ਪੇਪਰ ਸੀਲ ਵਰਤੀ ਜਾ ਰਹੀ ਹੈ। ਔਰ ਇਹਨਾਂ ਨੂੰ ਵਰਤਣ ਤੋਂ ਪਹਿਲਾਂ ਜਿਹੜਾ ਸਾਡਾ ਸਪੈਸ਼ਲ ਟੈਗ ਆ ਉਹਦੇ ਉੱਤੇ ਪ੍ਰੈਜ਼ਾਈਡਿੰਗ ਆਫੀਸਰ ਆਪਦੇ ਬੈਕ ਸਾਈਡ ਦੇ ਉੱਤੇ ਸਿਗਨੇਚਰ ਕਰੂਗਾ ਔਰ ਨਾਲ ਦੀ ਨਾਲ ਹੀ ਜਿਹੜੇ ਉੱਥੇ ਪੋਲਿੰਗ ਏਜੰਟ ਹੋਣਗੇ ਉਹਨਾਂ ਦੇ ਵੀ ਸਿਗਨੇਚਰ ਕਰਾਊਗਾ। ਇਸੇ ਤਰ੍ਹਾਂ ਜਿਹੜੀ ਤੁਹਾਡੀ ਗ੍ਰੀਨ ਪੇਪਰ ਸੀਲ ਆ ਸਾਡੀ ਹੁਣ ਇਸ ਟਾਈਮ ਦੇ ਉੱਤੇ ਡੰਮੀ ਪੇਪਰ ਸੀਲ ਆ, ਇਹਦੇ ਉੱਤੇ ਵੀ ਪ੍ਰੈਜ਼ਾਈਡਿੰਗ ਆਫੀਸਰ ਆਪਦੇ ਵੀ ਸਾਈਨ ਕਰੂਗਾ ਔਰ ਨਾਲ ਦੀ ਨਾਲ ਜਿਹੜੇ ਪੋਲਿੰਗ ਏਜੰਟ ਆ ਉਹਨਾਂ ਦੇ ਸਿਗਨੇਚਰ ਵੀ ਕਰਵਾਊਗਾ। ਇਸੇ ਤਰ੍ਹਾਂ ਜਿਹੜੀ ਤੁਹਾਡੀ ਗ੍ਰੀਨ ਪੇਪਰ ਸੀਲ ਆ ਇਹਦੇ ਉੱਤੇ ਵੀ ਪ੍ਰੈਜ਼ਾਈਡਿੰਗ ਆਫੀਸਰ ਆਪਦੇ ਵੀ ਸਾਈਨ ਕਰੂਗਾ ਔਰ ਨਾਲ ਦੀ ਨਾਲ ਜਿਹੜੇ ਪ੍ਰੈਜ਼ਾਈਡਿੰਗ ਆਫੀਸਰ ਦੇ ਨਾਲ ਪੋਲਿੰਗ ਏਜੰਟ ਹੋਣਗੇ ਉਹਨਾਂ ਦੇ ਵੀ ਸਿਗਨੇਚਰ ਜਿਹੜੇ ਹੈਗੇ ਆ ਉਹ ਆਪ ਕਰਵਾਊਗਾ। ਯਾਨੀ ਤਿੰਨਾਂ ਦੇ ਉੱਤੇ ਹੀ ਪੋਲਿੰਗ ਏਜੰਟਾਂ ਦੇ ਸਾਈਨ ਵੀ ਕਰਵਾਉਣੇ, ਪ੍ਰੈਜ਼ਾਈਡਿੰਗ ਆਫੀਸਰ ਨੇ ਆਪਦੇ ਵੀ ਸਾਈਨ ਕਰਨੇ ਆ। ਔਰ ਜਿਹੜੀ ਇਹ ਸਾਰੀ ਇਨਫੋਰਮੇਸ਼ਨ ਆ ਬਾਅਦ ਦੇ ਵਿੱਚ ਆਪਾਂ 17C ਦੇ ਵਿੱਚ ਵੀ ਭਰਨੀ ਹੁੰਦੀ ਹੈ ਕਿ ਕਿਹੜਾ ਸੀਰੀਅਲ ਨੰਬਰ ਜਿਹੜਾ ਅਸੀਂ ਇਹਨਾਂ ਤਿੰਨਾਂ ਦਾ ਵਰਤਿਆ। ਸੋ ਹੁਣ ਆਪਾਂ ਇਹਦੀ ਸੀਲਿੰਗ ਆ ਜਿਹੜੀ ਉਹ ਤੁਹਾਨੂੰ ਦੱਸਦੇ ਆ ਕਿ ਕਿਸ ਤਰ੍ਹਾਂ ਕਰਨੀ ਆ, ਜਿਹੜੇ ਸਾਡੇ ਕੋਈ ਪੋਰਸ਼ਨ ਜਿਹੜਾ ਦਿੱਤਾ ਹੁੰਦਾ। ਸੋ ਸਭ ਤੋਂ ਪਹਿਲਾਂ ਆਪਾਂ ਜਿਹੜਾ ਇਹਦਾ ਰਿਜ਼ਲਟ ਸੈਕਸ਼ਨ ਆ ਉਹਦੇ ਜਿਹੜੀ ਬੈਕ ਸਾਈਡ ਦੇ ਉੱਤੇ ਆਪਾਂ ਗ੍ਰੀਨ ਪੇਪਰ ਸੀਲ ਜਿਹੜੀ ਹੈਗੀ ਆ ਉਹ ਲੰਘਾਉਣੀ ਆ। ਇਸ ਤਰ੍ਹਾਂ ਆਪਾਂ ਇਹਦੇ ਇਸ ਕੰਪਾਰਟਮੈਂਟ ਦੇ ਵਿੱਚ ਦੀ ਜਿਹੜੀ ਗ੍ਰੀਨ ਪੇਪਰ ਸੀਲ ਲੰਘਾਉਣੀ ਆ ਕਿ ਜਿਹੜਾ ਇਹਦਾ ਸੀਰੀਅਲ ਨੰਬਰ ਆ ਉਹ ਉੱਪਰ ਨੂੰ ਰਵੇ ਜਦੋਂ ਆਪਾਂ ਇਹਦੀ ਸੀਲਿੰਗ ਕਰਾਂਗੇ। ਇਸ ਤਰ੍ਹਾਂ ਇਹਦਾ ਸੀਰੀਅਲ ਨੰਬਰ ਉੱਪਰ ਨੂੰ ਰਹੂਗਾ। ਸੋ ਹੁਣ ਆਪਾਂ ਜਿਹੜਾ ਇਹਦਾ ਸਾਡਾ ਸਪੈਸ਼ਲ ਟੈਗ ਆ ਉਹਨੂੰ ਇੱਥੇ ਇਸ ਕਵਰ ਨੂੰ ਆਪਾਂ ਲਾ ਦੇਣਾ। ਇਸ ਤਰ੍ਹਾਂ ਇਹਦੇ ਵਿੱਚ ਦੀ ਆਪਾਂ ਥ੍ਰੈਡ ਲੰਘਾ ਕੇ ਇਸ ਤਰ੍ਹਾਂ ਜਿਹੜਾ ਸਾਡਾ ਸਪੈਸ਼ਲ ਟੈਗ ਆ ਉਹ ਤੇ ਸਿਗਨੇਚਰ ਕਰਵਾ ਕੇ ਇਹਦੇ ਉੱਤੇ ਵੀ ਸਾਡੀ ਜਿਹੜੀ ਸਰਾਖ ਬਣਿਆ ਹੋਇਆ ਇਹ ਸਰਾਖ ਦੇ ਉੱਤੇ ਜਿਹੜੀ ਨੈਟ ਜਿਹੜਾ ਧਾਗਾ ਲੰਘਾ ਕੇ ਇਸ ਤਰ੍ਹਾਂ ਆਪਾਂ ਗੰਢ ਮਾਰ ਕੇ ਇਹਨੂੰ ਸਪੈਸ਼ਲ ਟੈਗ ਨੂੰ ਤੇ ਨਾਲ ਹੀ ਜਿਹੜੀ ਹੈਗੀ ਆ ਲਾਖ ਵੀ ਜਿਹੜੀ ਆਪਾਂ ਲਾਉਣੀ ਆ, ਲਾਖ ਆਪਾਂ ਇਸ ਤਰ੍ਹਾਂ ਲਾਉਣੀ ਆ ਦੂਰ ਕਰਕੇ ਕਿ ਜਿਹੜੀ ਉੱਪਰ ਸਾਡਾ ਜਿਹੜਾ ਸਾਡਾ ਕਲੋਜ਼ ਬਟਨ ਆ ਉਹ ਤੋਂ ਦੂਰ ਰਵੇ। ਜਿਸ ਤਰ੍ਹਾਂ ਲਾਖ ਆ ਗਈ ਦੂਰ ਕਰਕੇ ਇਸ ਤਰ੍ਹਾਂ ਕੋਈ ਨੀਚੇ ਕੋਈ ਚੀਜ਼ ਰੱਖ ਕੇ ਇਸ ਤਰ੍ਹਾਂ ਮੈਨੂੰ ਡੰਮੀ ਤੌਰ ਦੇ ਉੱਤੇ ਜਿਵੇਂ ਮੈਂ ਤੁਹਾਨੂੰ ਲਿਖਾ ਰਿਹਾ ਇਹ ਸਾਡੀ ਮੈਟਲ ਸੀਲ ਹੋਊਗੀ। ਇਸ ਤਰ੍ਹਾਂ ਇੱਥੇ ਦੂਰ ਕਰਕੇ ਲਾਖ ਲਾ ਦੇਣੀ ਆ ਔਰ ਉਸ ਤੋਂ ਬਾਅਦ ਜਿਹੜਾ ਤੁਹਾਡਾ ਸਪੈਸ਼ਲ ਟੈਗ ਆ ਇੱਥੇ ਜਿਹੜਾ ਇਹਨੂੰ ਇਸ ਤਰ੍ਹਾਂ ਟਿਕਾ ਦੇਣਾ ਕਿ ਕਲੋਜ਼ ਬਟਨ ਆ ਜਿਹੜਾ ਤੁਹਾਡਾ ਉਹ ਵਿਜ਼ੀਬਲ ਰਵੇ। ਉਸ ਤੋਂ ਬਾਅਦ ਜਿਹੜਾ ਤੁਹਾਡਾ ਇਹ ਆਪਾਂ ਜਿਹੜੀ ਇਹਨੂੰ ਇਸ ਕਵਰ ਨੂੰ ਜਿਹੜਾ ਕਵਰ ਕਰ ਦੇਣਾ ਤੇ ਫਿਰ ਜਿਹੜੀ ਸਟ੍ਰਿਪ ਸੀਲ ਦੇ ਨਾਲ ਜਿਹੜੀ ਆਪਾਂ ਸੀਲਿੰਗ ਕਰਨੀ ਆ। ਸਟ੍ਰਿਪ ਸੀਲ ਦੇ ਨਾਲ ਸੀਲਿੰਗ ਜਦੋਂ ਆਪਾਂ ਕਰਨੀ ਆ ਇਹਦਾ ਇੱਕੋ ਹੀ ਥੰਬ ਰੂਲ ਆ ਕਿ ਜਿਹੜੀ ਆਪਾਂ A ਵਾਲੇ ਪਾਸੇ ਸ਼ੁਰੂ ਕਰਨੀ ਹੈ।
ABCD ਵਾਲੀ कि ਇਹਨੂੰ ਆਪਾਂ ਇਸ ਤਰ੍ਹਾਂ ਰੱਖ ਕੇ ਸੱਜੇ ਪਾਸੇ ਨੂੰ ਤੋੜਨਾ ਹੈ। ਔਰ ਇਹਦਾ ਇੱਕ ਥੰਬ ਰੂਲ ਇਹ ਵੀ ਆ ਕਿ ਜਿਹੜੀ ਸਟ੍ਰੈਪ ਸੀਲ ਆ ਉਹ ਹਮੇਸ਼ਾ ਗ੍ਰੀਨ ਪੇਪਰ ਸੀਲ ਦੇ ਨਾਲ ਜਿਹੜੀ ਹੈਗੀ ਉਹ ਜੁੜੇਗੀ ਔਰ ਗ੍ਰੀਨ ਪੇਪਰ ਸੀਲ ਸਟ੍ਰੈਪ ਸੀਲ ਨਾਲ ਜੁੜੇਗੀ। ਸਾਡੀ ਇਹ A ਆਏਗੀ, A ਦੇ ਉੱਤੇ ਗਮ ਲੱਗੀ ਹੋਊਗੀ, ਉਹ ਪਰਚੀ ਨੂੰ ਗਮ ਉਤਾਰ ਕੇ ਤੁਸੀਂ ਇਹਦੇ ਨਾਲ ਜਿਹੜੀ ਗ੍ਰੀਨ ਪੇਪਰ ਸੀਲ ਜੋੜ ਦੇਣੀ ਹੈ। ਉਸ ਤੋਂ ਬਾਅਦ ਇੱਥੇ B ਹੋਊਗੀ, B ਦੇ ਉੱਤੋਂ ਵੀ ਗਮ ਉਤਾਰ ਕੇ ਇਹਨੂੰ ਇਸ ਤਰ੍ਹਾਂ ਖੱਬੇ ਪਾਸੇ ਨੂੰ ਮੋੜ ਕੇ ਇਹਦੇ ਨਾਲ ਜੋੜ ਦੇਣਾ ਹੈ। ਉਸ ਤੋਂ ਬਾਅਦ ਤੁਹਾਡੀ C ਆ ਗਈ, C ਦੇ ਉੱਤੋਂ ਵੀ ਗਮ ਉਤਾਰ ਕੇ ਗ੍ਰੀਨ ਪੇਪਰ ਸੀਲ ਨੂੰ ਇਸ ਤਰ੍ਹਾਂ ਉਤਾਰ ਦਿਓ, ਜੋੜ ਦਿਓ ਔਰ ਇਹਨੂੰ ਘੁਮਾ ਕੇ ਉੱਤੋਂ ਦੀ ਇਸ ਤਰ੍ਹਾਂ ਜਿਹੜੀ ਤੁਹਾਡੀ D ਆ ਇਹਦੇ ਉੱਤੋਂ ਗਮ ਉਤਾਰ ਕੇ ਇਹਨੂੰ ਇਸ ਤਰ੍ਹਾਂ ਜੋੜ ਦੇਣਾ। ਇਹਦੇ ਨਾਲ ਤੁਹਾਡੀ ਜਿਹੜੀ ਹੈਗੀ ਆ EVM ਆ ਉਹ ਸੀਲ ਹੋ ਗਈ ਆ, ਕੰਟਰੋਲ ਯੂਨਿਟ ਸੀਲ ਹੋ। ਤੇ ਪੇਪਰ ਸੀਲਾਂ ਲਾਉਣ ਤੋਂ ਬਾਅਦ ਇਸ ਜਿਹੜਾ ਕਵਰ ਆ ਉਹਨੂੰ ਲਾਉਣ ਤੋਂ ਬਾਅਦ ਆਪਾਂ ਜਿਹੜਾ ਸਾਡਾ ਕੰਪਾਰਟਮੈਂਟ ਆ ਰਿਜ਼ਲਟ ਸੈਕਸ਼ਨ ਆ ਉਹਨੂੰ ਆਪਾਂ ਇੱਕ ਐਡਰੈਸ ਟੈਗ ਦੇ ਨਾਲ ਵੀ ਸੀਲ ਕਰਨਾ। ਐਡਰੈਸ ਟੈਗ ਦੇ ਉੱਤੇ ਸਾਰੀ ਇਨਫੋਰਮੇਸ਼ਨ ਭਰ ਕੇ ਉਹਨੂੰ ਆਪਾਂ ਇਸ ਤਰ੍ਹਾਂ ਥ੍ਰੈਡ ਲੰਘਾ ਕੇ ਦੋਨਾਂ ਕਵਰ ਦੇ ਵਿੱਚ ਇਸ ਤਰ੍ਹਾਂ ਨੋਟ ਮਾਰ ਕੇ ਚੰਗੀ ਤਰ੍ਹਾਂ ਤੇ ਜਿਹੜੀ ਲਾਖ ਆ ਉਹਨੂੰ ਇੱਥੇ ਲਾ ਕੇ ਮੈਟਲ ਸੀਲ ਦੇ ਨਾਲ ਚੰਗੀ ਤਰ੍ਹਾਂ ਇਹ ਲਾਖ ਆ ਜਿਹੜੀ ਹੋਰ ਤੇ ਡੰਮੀ ਤੌਰ ਤੇ ਦਿਖਾਈ ਜਾ ਰਹੀ ਆ, ਇਹ ਸੈਕਸ਼ਨ ਨੂੰ ਵੀ ਸੀਲ ਕਰਨਾ ਹੈ। ਇਹ ਸੀਲਿੰਗ ਕਰਨ ਤੋਂ ਬਾਅਦ ਮੇਰੀ ਇੱਕ ਬੇਨਤੀ ਆ ਪ੍ਰੈਜ਼ਾਈਡਿੰਗ ਆਫੀਸਰ ਸਾਹਿਬਾਨ ਨੂੰ ਕਿ ਜਦੋਂ ਤੁਸੀਂ ਮੌਕ ਪੋਲ ਕਰ ਲਿਆ, ਸੀਲਿੰਗ ਕਰ ਲਈ, ਉਸ ਤੋਂ ਬਾਅਦ ਤੁਸੀਂ ਇਸ EVM ਨੂੰ ਔਨ ਆਫ ਵਾਰੀ-ਵਾਰੀ ਬਿਲਕੁਲ ਨਹੀਂ ਕਰਨਾ। ਸੀਲਿੰਗ ਤੋਂ ਬਾਅਦ ਆਪਾਂ ਉਦੋਂ ਹੀ ਔਨ ਕਰਨੀ ਆ ਜਦੋਂ ਵੋਟਾਂ ਦਾ ਸਮਾਂ ਹੈ ਜਿਹੜਾ ਉਹ ਸ਼ੁਰੂ ਹੋਊਗਾ। ਸੋ ਜਦੋਂ ਤੁਹਾਡਾ ਵੋਟਾਂ ਦਾ ਸਮਾਂ ਸ਼ੁਰੂ ਹੋ ਗਿਆ ਉਦੋਂ ਬਾਅਦ ਉਸੇ ਤਰ੍ਹਾਂ ਹੀ ਤੁਸੀਂ ਕਨੈਕਸ਼ਨ ਆ ਜਿਹੜੇ ਕੰਟਰੋਲ ਯੂਨਿਟ ਦੇ ਨਾਲ ਜਦੋਂ ਸੀਲ ਹੋ ਗਏ ਉਹਨੂੰ ਜਿਹੜਾ ਜੋੜ ਦੇਣਾ। ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਦਿਖਾਇਆ ਗਿਆ ਸੀ ਕਿ ਕੰਟਰੋਲ ਜਿਹੜਾ ਇਹਦਾ VVPAT ਦਾ ਜਿਹੜਾ ਕਨੈਕਟਰ ਆ ਉਹਨੂੰ ਕੰਟਰੋਲ ਯੂਨਿਟ ਦੇ ਨਾਲ ਜੋੜ ਲੈਣਾ। ਜੋੜਨ ਤੋਂ ਬਾਅਦ ਜਦੋਂ ਐਕਚੁਅਲ ਪੋਲ ਹੋ ਗਈ ਤਾਂ ਆਪਾਂ ਸਭ ਤੋਂ ਪਹਿਲਾਂ VVPAT ਨੂੰ ਔਨ ਕਰਨਾ ਹੈ। ਉਸ ਤੋਂ ਬਾਅਦ ਜਿਹੜਾ ਤੁਹਾਡਾ ਕੰਟਰੋਲ ਯੂਨਿਟ ਆ ਉਹਨੂੰ ਔਨ ਕਰਨਾ ਹੈ। ਉਹਨੂੰ ਔਨ ਕਰਨ ਤੋਂ ਬਾਅਦ ਇਸੇ ਤਰ੍ਹਾਂ ਜਿਹੜਾ ਤੁਹਾਡਾ ਕੰਟਰੋਲ ਯੂਨਿਟ ਆ ਉਹ ਆਪਣਾ ਸੀਰੀਅਲ ਨੰਬਰ ਦੱਸੇਗਾ, ਡੇਟ ਦੱਸੇਗਾ, ਟਾਈਮ ਦੱਸੇਗਾ ਔਰ ਨਾਲ ਦੀ ਨਾਲ ਹੀ VVPAT ਆ ਜਿਹੜਾ ਉਹਦੀਆਂ 7 ਸਲਿੱਪਾਂ ਡਰੌਪ ਬਾਕਸ ਦੇ ਵਿੱਚ ਡਿੱਗਣਗੀਆਂ ਜਦੋਂ ਸਟਾਰਟ ਕਰਦੀ ਪੋਲਿੰਗ। ਔਰ ਜਿਹੜਾ ਇਹ ਕੰਟਰੋਲ ਯੂਨਿਟ ਆ ਉਹ ਐਨਾਲਾਈਜ਼ ਕਰੇਗਾ VVPAT ਨੂੰ, ਸਾਡੇ ਬੈਲਟ ਯੂਨਿਟ ਨੂੰ, ਇਹਨਾਂ ਦੀ ਵਰਕਿੰਗ ਦੇ ਸੰਬੰਧ ਦੇ ਵਿੱਚ। ਜਦੋਂ ਪੂਰਨ ਤੌਰ ਦੇ ਉੱਤੇ EVM ਰੈਡੀ ਦਾ ਲਾਸਟ ਦੇ ਉੱਤੇ ਸਾਡੇ ਡਿਸਪਲੇ ਯੂਨਿਟ ਦੇ ਉੱਪਰ ਬਟਨ ਦੇ ਉੱਪਰ ਨਾ ਆ ਗਿਆ ਕਿ ਹੁਣ EVM ਰੈਡੀ ਆ, ਉਦੋਂ ਤੁਸੀਂ ਜਿਹੜਾ ਪਹਿਲਾ ਵੋਟਰ ਆ ਜਿਹੜਾ ਤੁਹਾਡੀ ਲਾਈਨ ਦੇ ਵਿੱਚ ਲੱਗਿਆ ਹੋਏਗਾ ਉਹ ਆਏਗਾ, ਉਹਨੂੰ ਪਹਿਲਾਂ ਵਾਂਗ ਹੀ ਬੈਲਟ ਯੂਨਿਟ ਇਸ਼ੂ ਕਰੋਗੇ। ਇਹਦੇ ਨਾਲ ਹੀ ਰੈੱਡ ਲੈਂਪ ਆ ਜਿਹੜਾ ਉਹ ਔਨ ਹੋ ਜਾਏਗਾ। ਉਹਦੇ ਨਾਲ ਹੀ ਜੋ ਤੁਸੀਂ ਕੈਂਡੀਡੇਟ ਇੱਧਰ ਜਾਏਗਾ ਤਾਂ ਇਹਦਾ ਰੈੱਡ ਲੈਂਪ ਦੇ ਨਾਲ ਦੀ ਜਿਹੜਾ ਬੈਲਟ ਯੂਨਿਟ ਦਾ ਰੈਡੀ ਲੈਂਪ ਆ ਉਹ ਔਨ ਹੋ ਜਾਏਗਾ, ਗ੍ਰੀਨ ਲੈਂਪ ਇੱਥੋਂ ਵੋਟ ਪਾਊਗਾ। ਇਸੇ ਤਰ੍ਹਾਂ ਜਿਹੜੇ ਕੈਂਡੀਡੇਟ ਆਉਂਦੇ, ਜਿਹੜੇ ਕੈਂਡੀਡੇਟ ਦੇ ਜਿਹੜੇ ਵੋਟਰ ਆ ਸਾਡੇ ਉਹ ਆਉਂਦੇ ਜਾਣਗੇ, ਵੋਟਾਂ ਪਾਉਂਦੇ ਜਾਣਗੇ ਔਰ 7 ਸਕਿੰਟਾਂ ਦੇ ਲਈ ਜਿਹੜੀ ਸਲਿੱਪ ਆ ਜਿਹੜੇ ਉਹ ਕੈਂਡੀਡੇਟ ਨੂੰ ਵੋਟ ਪਾਉਣਗੇ ਇਹਦੇ ਵਿੱਚ ਡਿੱਗਦੀ ਰਹੇਗੀ। ਸੋ ਇਹ ਜਦੋਂ ਪ੍ਰੋਸੈਸ ਚੱਲਦਾ ਰਹੂਗਾ ਤਾਂ ਪ੍ਰੈਜ਼ਾਈਡਿੰਗ ਆਫੀਸਰ ਦੇ ਲਈ ਇਹ ਖਾਸ ਗੱਲਾਂ ਜਿਹੜੀਆਂ ਉਹ ਧਿਆਨ ਰੱਖਣ ਦੇ ਲਈ ਯੋਗਦਾਨ ਇਹ ਆ ਕਿ ਚੱਲਦੀ ਪੋਲ ਪ੍ਰੋਸੈਸ ਦੇ ਦੌਰਾਨ ਕਿਤੇ ਵੀ ਜਿਹੜਾ ਆਪਾਂ ਇਹ ਜਿਹੜਾ ਸਾਡਾ ਜਿਹੜਾ ਕੰਟਰੋਲ ਯੂਨਿਟ ਦੇ ਉੱਪਰ ਜਿਹੜਾ ਸਾਡਾ ਰਿਜ਼ਲਟ ਸੈਕਸ਼ਨ ਦੇ ਉੱਪਰ ਜਿਹੜਾ ਸਾਡਾ ਕਲੋਜ਼ ਬਟਨ ਆ ਇਹਨੂੰ ਆਪਾਂ ਪ੍ਰੈਸ ਨਹੀਂ ਕਰਨਾ, ਇਹਨੂੰ ਚੱਕ ਕੇ ਕਿਸੇ ਵੀ ਹਾਲ ਦੇ ਵਿੱਚ। ਜਿਹੜੇ ਸਾਡੇ ਇਹ 2 ਸੈਕਸ਼ਨ ਆ ਇਹ ਸਾਡੇ ਹੋਣਗੇ VOTING ਕੰਪਾਰਟਮੈਂਟ ਦੇ ਵਿੱਚ ਔਰ ਸਾਡਾ ਜਿਹੜਾ ਇਹ ਕੰਟਰੋਲ ਯੂਨਿਟ ਆ ਇਹ APRO ਕੋਲ ਹੈਗਾ। ਸੋ APRO ਬੈਲਟ ਪੇਪਰ ਇਸ਼ੂ ਕਰੇਗਾ ਔਰ ਜਿਹੜਾ ਇਹ ਦੋਨੋਂ ਚੀਜ਼ਾਂ ਜਿਹੜੀਆਂ ਸਾਡੀਆਂ VOTING ਕੰਪਾਰਟਮੈਂਟ ਦੇ ਵਿੱਚ ਹੋਣਗੀਆਂ। VOTING ਕੰਪਾਰਟਮੈਂਟ ਦੇ ਵਿੱਚ ਇਹ ਥੋੜਾ ਜਿਹਾ ਇਨਸ਼ੋਰ ਕਰਨਾ ਹੈ ਕਿ ਜਿਹੜਾ ਸਾਡਾ VVPAT ਆ ਉਹ ਡਾਇਰੈਕਟ ਸਨਲਾਈਟ ਦੇ ਵਿੱਚ ਨਾ ਹੋਵੇ ਜਾਂ ਕੋਈ ਉੱਪਰ ਇਹਦੇ ਕੋਈ ਬਲਬ ਨਾ ਲੱਗਿਆ ਹੋਵੇ। ਬਹੁਤ ਹੀ ਹਾਈ ਪਾਵਰ ਵੋਲਟੇਜ ਵਾਲਾ ਬਲਬ ਆ ਜਿਹੜਾ ਉੱਪਰਲੇ ਪਾਸੇ ਨਹੀਂ ਚਾਹੀਦਾ ਕਿਉਂਕਿ ਇਹਦੇ ਸੈਂਸਰ ਸੈਂਸਿਟਿਵ ਹੁੰਦੇ ਆ, ਉਦੋਂ ਫਿਰ ਇਹਦੇ ਵਿੱਚ ਐਰਰ ਆਉਣ ਦੀਆਂ ਸੰਭਾਵਨਾਵਾਂ ਜਿਹੜੀਆਂ ਹੋ ਜਾਂਦੀਆਂ। ਸੋ ਜਦੋਂ ਤੁਹਾਡਾ ਲਾਸਟ ਵੋਟਰ ਆ ਜਿਹੜਾ ਉਹ ਵੋਟ ਪਾ ਗਿਆ, ਜਦੋਂ ਵੋਟਾਂ ਦੀ ਜਿਹੜੀ ਪ੍ਰਕਿਰਿਆ ਖਤਮ ਹੋ ਗਈ ਤਾਂ EVM ਨੂੰ ਆਪਾਂ ਬੰਦ ਕਰਨਾ 2 ਤਰੀਕਿਆਂ ਦੇ ਨਾਲ। ਸਭ ਤੋਂ ਪਹਿਲਾਂ ਤਾਂ ਆਪਾਂ EVM ਨੂੰ ਕਲੋਜ਼ ਕਰਨਾ। ਸੋ ਆਪਾਂ ਜਿਹੜਾ ਇਹਦਾ ਕਲੋਜ਼ ਬਟਨ ਆ ਇਸ ਕਵਰ ਨੂੰ ਚੱਕ ਕੇ ਕਲੋਜ਼ ਬਟਨ ਨੂੰ ਆਪਾਂ ਇੱਥੋਂ ਪ੍ਰੈਸ ਕਰ ਦੇਣਾ। EVM ਤੁਹਾਡੀ ਸੀਲ ਹੋਏਗੀ। ਇਸੇ ਤਰ੍ਹਾਂ ਹੁਣ ਇਹ ਡੰਮੀ ਸੀਲ ਆ, ਇਹਦੀਆਂ ਸੀਲਾਂ ਜਿਹੜੀਆਂ ਉਖੜੀਆਂ ਹੋਈਆਂ, ਇਸ ਤਰ੍ਹਾਂ ਤੁਹਾਡੀ EVM ਉਸ ਵਕਤ ਸੀਲ ਹੋਏਗੀ। ਆਪਾਂ ਇਹ ਕਵਰ ਚੱਕ ਕੇ EVM ਦਾ ਆ ਜਿਹੜਾ ਬਟਨ ਆ ਇਹਨੂੰ ਪ੍ਰੈਸ ਕਰ ਦੇਣਾ, ਇਹਨੂੰ ਕਲੋਜ਼ ਕਰ ਦੇਣਾ ਤੇ ਉੱਥੇ ਆ ਜਾਏਗੀ EVM ਜਿਹੜੀ ਹੈਗੀ ਆ ਕਲੋਜ਼ ਹੋ ਰਹੀ ਆ। ਜਦੋਂ EVM ਕਲੋਜ਼ ਹੋ ਗਈ, ਜਦੋਂ ਐਂਡ ਦਾ ਨਿਸ਼ਾਨ ਆ ਗਿਆ ਲਾਸਟ ਦੇ ਉੱਤੇ, ਤਾਂ ਤੁਸੀਂ ਕੋਈ ਵੀ ਪੋਲਿੰਗ ਏਜੰਟ ਨੂੰ ਦਿਖਾ ਸਕਦੇ ਹੋ ਉਸ ਤੋਂ ਬਾਅਦ ਬੁਲਾ ਕੇ। ਜੇ ਕਿ ਤੁਸੀਂ ਇੱਕ ਬੈਲਟ ਇਸ਼ੂ ਕਰੋਗੇ ਤਾਂ ਇੱਥੇ ਇਨਵੈਲਿਡ ਆ ਜਾਏਗਾ ਕਿ ਭਾਈ ਹੁਣ ਇਹਦੀ ਯਾਨੀ ਕਿ ਕੋਈ ਵੀ ਵੋਟ ਆ ਜਿਹੜੀ ਉਹ ਨਹੀਂ ਪਏਗੀ। ਸੋ ਜਦੋਂ EVM ਕਲੋਜ਼ ਹੋ ਗਈ ਉਸ ਤੋਂ ਬਾਅਦ ਕੋਈ ਵੋਟ ਨਹੀਂ ਪਏਗੀ। ਪਰ ਆਪਾਂ ਜੇ ਉਹ ਕਹਿਣਗੇ ਕਿ ਟੋਟਲ ਵੋਟਾਂ ਕਿੰਨੀਆਂ ਪਈਆਂ ਤਾਂ ਆਪਾਂ ਟੋਟਲ ਪ੍ਰੈਸ ਕਰਕੇ ਉਹਨਾਂ ਨੂੰ ਦੱਸ ਸਕਦੇ ਹਾਂ ਕਿ ਜਿਹੜੀ ਵੋਟ ਆ ਕਿੰਨੀਆਂ ਜਿਹੜੀਆਂ ਟੋਟਲ ਵੋਟਾਂ ਤੁਹਾਡੀ ਪੋਲਿੰਗ ਸਟੇਸ਼ਨ ਦੇ ਉੱਤੇ ਪਈਆਂ। ਇਹਨੂੰ EVM ਨੂੰ ਕਲੋਜ਼ ਕਰਨ ਤੋਂ ਬਾਅਦ ਤੁਸੀਂ ਜਿਹੜਾ ਸਾਡਾ ਕੰਟਰੋਲ ਯੂਨਿਟ ਆ ਉਹਦੀ ਜਿਹੜੀ ਸਵਿਚ ਆ ਇਹਨੂੰ ਨੀਚੇ ਨੂੰ ਜ਼ਰੂਰ ਕਰਨਾ, ਇਹਨੂੰ ਆਫ ਕਰ ਦੇਣਾ, ਇਹਦੀ ਬੈਟਰੀ ਨੂੰ ਨੀਚੇ ਤੋਂ ਇਹਦਾ ਜਿਹੜਾ ਕਨੈਕਸ਼ਨ ਉਹ ਆਫ ਹੋ ਜਾਏਗਾ। ਨੀਚੇ ਤੋਂ ਇਸ ਤੋਂ ਇਥੋਂ
ਆਫ ਕਰ ਦੇਣਾ। ਸੋ ਆਫ ਕਰਨ ਤੋਂ ਬਾਅਦ ਆਪਾਂ ਜਿਹੜਾ ਤੁਹਾਡਾ ਵੀਵੀਪੈਟ ਆ ਉਹਨੂੰ ਵੀ ਆਪਾਂ ਜਿਹੜਾ ਹੈਗਾ ਏ ਉਹ ਟਰਾਂਸਪੋਰਟੇਸ਼ਨ ਮੋਡ ਦੇ ਵਿੱਚ ਕਰਨਾ ਹੈ। ਯੂਨਿਟ ਆ ਉਹਨੂੰ ਵੀ ਤੁਸੀਂ ਆਫ ਕਰਤਾ ਤੇ ਇਹਦੇ ਜਿਹੜੇ ਕਨੈਕਸ਼ਨ ਆ ਉਹਨਾਂ ਨੂੰ ਆਪਾਂ ਵੱਖੋ ਵੱਖਰਾ ਕਰਕੇ ਇਹਨਾਂ ਦੇ ਜਿਹੜੇ ਕਨੈਕਸ਼ਨ ਆ ਉਹਨਾਂ ਨੂੰ ਲਾ ਦੇਣਾ ਹੈ ਔਰ ਉਤਾਰ ਕੇ ਇਹਨਾਂ ਨੂੰ ਸਾਰਿਆਂ ਨੂੰ। ਤੇ ਮਹੱਤਵਪੂਰਨ ਗੱਲ ਜਿਹੜੀ ਇਹ ਆ ਕਿ ਜਿਹੜਾ ਵੀਵੀਪੈਟ ਆ ਉਹਦੀ ਜਿਹੜੀ ਬੈਟਰੀ ਆ ਉਹਨੂੰ ਵੀ ਤੁਸੀਂ ਬਾਹਰ ਕੱਢਣਾ ਇਸ ਤਰ੍ਹਾਂ ਕਰਕੇ। ਇਸ ਤਰ੍ਹਾਂ ਤੁਸੀਂ ਜ਼ੋਰ ਲਾ ਕੇ ਬੈਟਰੀ ਆ ਜਿਹੜੀ ਉਹ ਬਾਹਰ ਕੱਢ ਲੈਣੀ ਆ ਔਰ ਇਹਨੂੰ ਕਿਸੇ ਖਾਸ ਲਿਫਾਫੇ ਦੇ ਵਿੱਚ ਐਨਵੈਲਪ ਦੇ ਵਿੱਚ ਪਾ ਲੈਣਾ, ਕਿਉਂਕਿ ਇਹਦੀ ਬੈਟਰੀ ਆ ਜਿਹੜੀ ਉਹ ਤੁਹਾਡੇ ਤੋਂ ਅਲੱਗ ਦੇ ਤੌਰ ਦੇ ਉੱਤੇ ਨੌਨ ਸਟੈਚਰੀ ਦੇ ਵਿੱਚ ਲਈ ਜਾਣੀ ਆ। ਸੋ ਹੁਣ ਆਪਣੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਏ ਵੀਵੀਪੈਟ ਤੋਂ ਜਿਹੜਾ ਹੈਗਾ ਸਾਡਾ ਬਿਲਟ ਯੂਨਿਟ ਆ ਉਹਨੂੰ ਵੀ ਅਸੀਂ ਵੱਖਰਾ ਕਰ ਦੇਣਾ। ਉਹਨੂੰ ਵੱਖਰਾ ਕਰਕੇ ਅਸੀਂ ਜਿਹੜੇ ਇਹਨਾਂ ਦੇ ਵੱਖੋ ਵੱਖਰੇ ਜਿਹੜੇ ਕੇਸਿਸ ਆ ਉਹਨਾਂ ਦੇ ਵਿੱਚ ਇਹਨਾਂ ਨੂੰ ਸੀਲ ਕਰ ਦੇਣਾ ਔਰ ਸੀਲ ਕਰਕੇ ਇਹਨਾਂ ਨੂੰ ਵਿੱਚ ਪਾ ਕੇ ਜਿਹੜੇ ਬਾਹਰ ਐਡਰੈਸ ਟੈਗ ਆ ਉਹਨਾਂ ਦੇ ਨਾਲ ਸੀਲ ਕਰਕੇ ਲਾਖ ਲਾ ਕੇ ਜਿਹੜੀ ਤੁਸੀਂ ਪੋਲਿੰਗ ਸਟੇਸ਼ਨ ਤੋਂ ਜਿਹੜੀ ਤੁਹਾਡੀ ਨਾਲ ਤੁਹਾਨੂੰ ਫੋਰਸ ਦਿੱਤੀ ਹੋਊਗੀ ਉਹਦੇ ਨਾਲ ਹੀ ਜਾ ਕੇ ਜਿਹੜਾ ਵੀ ਤੁਹਾਡਾ ਡੈਸਟੀਨੇਸ਼ਨ ਉਹਨਾਂ ਨੇ ਮਿਥਿਆ ਉੱਥੇ ਜਾ ਕੇ ਸਮਾਨ ਆ ਜਿਹੜਾ ਸਾਰਾ ਸਟੈਚਰੀ ਨੌਨ ਸਟੈਚਰੀ ਦੇ ਨਾਲ ਜਮ੍ਹਾਂ ਕਰਵਾ ਦੇਣਾ। ਸੋ ਉਮੀਦ ਕਰਦੇ ਆ ਕਿ ਇਹ ਜਿਹੜੀ ਈਵੀਐਮ ਸੰਬੰਧੀ ਟ੍ਰੇਨਿੰਗ ਆ ਉਹ ਇਹਨਾਂ ਚੋਣਾਂ ਨੂੰ ਨੇਪਰੇ ਚੜ੍ਹਨ ਦੇ ਵਿੱਚ ਤੁਹਾਡੇ ਲਈ ਬਹੁਤ ਸਹਾਈ ਹੋਏਗੀ। ਸੋ ਬੇਨਤੀ ਹੈ ਕਿ ਆਓ ਆਪਾਂ ਲੋਕਤੰਤਰ ਦੇ ਇਹ ਸਭ ਤੋਂ ਵੱਡੇ ਮੇਲੇ ਦਾ ਹਿੱਸਾ ਬਣੀਏ ਤੇ ਸਾਫ਼ ਸੁਥਰੀਆਂ ਚੋਣਾਂ ਕਰਵਾਉਣ ਦੇ ਵਿੱਚ ਆਪਣਾ ਮਹੱਤਵਪੂਰਨ ਹਿੱਸਾ ਜਿਹੜਾ ਉਹ ਜ਼ਰੂਰ ਪਾਈਏ। ਧੰਨਵਾਦ।